ਬਾਬਾ ਜੀ ਬੇਨਤੀ ਆ ਵੀ ਆਪਣੇ ਕਮਾਈ ਦੇ ਦਸਵੰਧ ਵਿੱਚੋਂ ਕੋਈ ਵੀ ਆਪਾਂ ਡੇਰੇ ਤੋਂ ਇਲਾਵਾ ਕਿਸੇ ਐਨਜੀਓ ਦੀ ਜਾਂ ਕਿਸੇ ਹੋਰ ਹੈਂਡੀਕੈਪਡ ਬੱਚੇ ਜਿੱਥੇ ਵੀ ਐਨਜੀਓ 'ਚ ਰੱਖੇ ਜਾਂਦੇ ਆ ਜਾਂ ਗਊਸ਼ਾਲਾ 'ਚ ਰੱਖੇ ਜਾਂਦੇ ਆ, ਅਸੀਂ ਨਿਸ਼ਕਾਮ ਭਾਵ ਦੇ ਨਾਲ ਕੋਈ ਵੀ ਸੇਵਾ ਕਰਦੇ ਆ, ਕਿ ਸਾਡਾ ਉਹ ਬੰਧਨ ਤਾਂ ਨਹੀਂ ਬਣਦਾ? ਨਹੀਂ, ਹਜ਼ੂਰ ਆਪਾਂ ਨੂੰ ਇਹੀ ਸਮਝਾਇਆ ਕਰਦੇ ਸੀ ਕਿ ਹੱਥ ਦੇਣਾ ਚਾਹੀਦਾ, ਲੈਣਾ ਨਹੀਂ ਚਾਹੀਦਾ। ਦੇਣ ਨੂੰ ਵਧੇ, ਲੈਣ ਨੂੰ ਨਾ ਅੱਗੇ ਹੋਵੇ। ਜਿੱਥੇ ਮਰਜ਼ੀ ਦਿਓ, ਪਰਖ ਨਹੀਂ ਕਰਨੀ ਕਿ ਇਹਦੇ 'ਚ ਫਾਇਦਾ ਨੁਕਸਾਨ ਕੀ ਹੈ, ਖੁਸ਼ੀ ਨਾਲ ਦਿਓ। ਬਾਬਾ ਜੀ, ਮੈਂ ਸ਼ੁਰੂ 'ਚ ਮੂਰਤੀ ਪੂਜਾ ਯਾਨੀ ਕਿ ਮਾਤਾ ਦੀ, ਬਾਬਾ ਜੀ ਦੀ ਸਾਰੀ ਭਗਤੀ ਕਰਦਾ ਸੀ, ਲੇਕਿਨ ਅੱਜ ਤੱਕ ਮੈਂ ਉਸ ਨੂੰ ਹਜੇ ਵੀ ਰੁਕ ਨਹੀਂ ਸਕਦਾ ਪਿਆ। ਬਾਬਾ ਜੀ, ਮੈਂ ਭਜਨ ਸਿਮਰਨ ਜਦੋਂ ਨਾਮ ਸ਼ਬਦ ਲੈ ਲਿਆ ਸੀ ਬਹੁਤ ਆਪਦੀ ਕਰਦਾ ਰਹੇ, ਪਰ ਮੈਨੂੰ ਇਸ ਚੀਜ਼ ਤੋਂ ਹੈਰਾਨਗੀ ਹੈ ਕਿ ਮੈਂ ਅੱਜ ਤੱਕ ਵੀ ਉਸ 'ਤੇ ਅਮਲ ਕਰੀ ਬੈਠਾ। ਬੇਟਾ, ਹਰੇਕ ਚੀਜ਼ ਦਾ ਨਾ ਇੱਕ ਮਕਸਦ ਹੁੰਦਾ ਹੈ। ਆਪਾਂ ਕਈ ਵਾਰੀ ਗੱਲਾਂ 'ਚ ਕਹਿ ਦਿੰਦੇ ਆ ਜੀ ਆਹ ਨਹੀਂ ਠੀਕ, ਆਹ ਨਹੀਂ ਠੀਕ, ਐਂ ਕਰੋ ਐਂ ਕਰੋ। ਹਰੇਕ ਚੀਜ਼ ਦਾ ਇੱਕ ਮਕਸਦ ਹੈ। ਹੁਣ ਤੁਸੀਂ ਉਹ ਕੰਮ ਮਕਸਦ ਸਮਝ ਕੇ ਕਰੋਗੇ, ਤੁਹਾਨੂੰ ਉਹਦੇ 'ਚੋਂ ਕੁਝ ਮਿਲੂਗਾ। ਬਗੈਰ ਮਕਸਦ ਆਪਾਂ ਐਵੇਂ ਮੱਥੇ ਟੇਕੀ ਜਾਵਾਂਗੇ, ਉਹਦੇ 'ਚ ਕੁਝ ਨਹੀਂ ਮਿਲਣ ਲੱਗਿਆ। ਜਦੋਂ ਆਪਾਂ ਕੋਈ ਵੀ ਮੂਰਤੀ ਬਣਾਉਂਦੇ ਆ ਬੇਟਾ, ਜਾਂ ਕਿਸੇ ਦੀ ਵੀ ਮੂਰਤੀ ਨੂੰ ਮੱਥਾ ਟੇਕਦੇ ਆ ਜਾਂ ਪੂਜਾ ਕਰਦੇ ਆ, ਮਕਸਦ ਕੀ ਹੈ? ਉਹ ਮੂਰਤੀ ਤਾਂ ਮਿੱਟੀ ਦੀ ਬਣੀ ਹੋਊਗੀ ਜਾਂ ਲੋਹੇ ਦੀ ਬਣੀ ਹੋਊਗੀ। ਹੁਣ ਆਪਾਂ ਲੋਹੇ ਦੀ ਜਾਂ ਮਿੱਟੀ ਦੀ ਭਗਤੀ ਨਹੀਂ ਕਰਦੇ, ਆਪਾਂ ਉਹਨਾਂ ਮਹਾਂਪੁਰਖਾਂ ਦੀ ਭਗਤੀ ਕਰਦੇ ਹਾਂ। ਮਹਾਂਪੁਰਖ ਕਿਵੇਂ ਬਣੇ? ਉਹ ਉਪਦੇਸ਼ ਦੇ ਕਰਕੇ, ਨਾ ਕਿ ਜਿਸਮ ਦੇ ਕਰਕੇ। ਸੋ ਆਪਾਂ ਆਪਣਾ ਧਿਆਨ ਉਸ ਉਪਦੇਸ਼ ਦੇ ਉੱਤੇ ਰੱਖਣਾ ਹੈ। ਜਦੋਂ ਆਪਾਂ ਜਿਸਮਾਂ ਤੇ ਆ ਜਾਂਦੇ ਹਾਂ ਤਾਂ ਮੂਰਤੀਆਂ ਤੇ ਆ ਜਾਂਦੇ ਹਾਂ। ਇਸੇ ਕਰਕੇ ਫਰਕ ਸਾਡੇ ਦਰਮਿਆਨ ਖੜੇ ਹੋ ਜਾਂਦੇ ਆ ਬੇਟਾ। ਜੇ ਆਪਾਂ ਉਪਦੇਸ਼ ਨੂੰ ਦੇਖਿਆ ਹੁੰਦਾ ਤਾਂ ਆਪਾਂ ਕਦੇ ਮਜ਼ਹਬਾਂ ਵਿੱਚ ਵੀ ਨਹੀਂ ਵੰਡਣਾ ਸੀ ਆਪਣੇ ਆਪ ਨੂੰ। ਹੁਣ ਸਦਾ ਵਾਸਤੇ ਇੱਥੇ ਕੋਈ ਰਹਿ ਨਹੀਂ ਸਕਦਾ, ਰਹਿ ਸਕਿਆ ਕੋਈ ਹਾਲੇ ਤੱਕ। ਸਰੀਰ ਛੱਡ ਕੇ ਜਾਂਦੇ ਆ, ਆਪਾਂ ਇੱਕ ਬੁੱਤ ਜਾਂ ਮੂਰਤੀ ਬਣਾ ਕੇ ਆਪਾਂ ਉਹਦੀ ਭਗਤੀ ਕਰ ਲੈਂਦੇ ਆ। ਉਪਦੇਸ਼ ਕੀ ਸੀ ਉਹਨਾਂ ਦਾ? ਜੇ ਉਪਦੇਸ਼ ਦੇ ਉੱਤੇ ਪਾਲਣਾ ਨਹੀਂ ਕੀਤੀ। ਹੁਣ ਦੇਖੋ, ਘਰ 'ਚ ਬੱਚਾ, ਤੁਸੀਂ ਇੰਨਾ ਉਹਨੂੰ ਪ੍ਰੇਮ ਕਰਦੇ ਹੋ, ਕੁਰਬਾਨੀਆਂ ਦਿੰਦੇ ਹੋ, ਉਹ ਤੁਹਾਡਾ ਕਹਿਣਾ ਨਹੀਂ ਮੰਨਦਾ, ਪਰ ਉਹ ਕਹੀ ਜਾਊਗਾ ਜੀ ਮੈਂ ਪਿਆਰ ਬਹੁਤ ਕਰਦਾ। ਤੁਸੀਂ ਇਹੀ ਕਹੋਗੇ ਕਿ ਭਾਈ ਤੇਰਾ ਕਿਹੋ ਜਿਹਾ ਪਿਆਰ ਹੈ? ਸੋ ਬੇਟਾ, ਧਿਆਨ ਆਪਣਾ ਉਪਦੇਸ਼ ਦੇ ਉੱਤੇ ਰੱਖੋ, ਜਿਸਮਾਂ ਦੇ ਉੱਤੇ ਨਹੀਂ, ਜਿਸਮਾਂ ਦੀਆਂ ਸ਼ਕਲਾਂ ਦੇ ਉੱਤੇ ਨਹੀਂ, ਉਪਦੇਸ਼ ਦੇ ਉੱਤੇ। बाबा जी, मेरा पहला क्वेश्चन है कि हम बहुत कोशिश करते हैं कि आपके हुक्म में रहें, कोई हमसे गुनाह ना हो, कोई गलती ना हो, फिर भी बाबा जी पांचों विकार हम पर इतने हावी क्यों हो जाते हैं कि हम कोई भी गलती कर देते हैं? बेटा, जिंदगी की जो गाड़ी है ना, वो एक रफ्तार पे चल रही है। अब अगर हमें एहसास होता है कि मैंने इस रास्ते पे नहीं किसी और रास्ते पे चलना है, पहले गाड़ी को आहिस्ता करना पड़ता है, फिर गाड़ी रोकनी पड़ती है, फिर आप उसको मोड़ेंगे। अब एकदम उसी रफ्तार में चलते हुए आप मोड़ने की कोशिश करेंगे तो गाड़ी उल्ट जाएगी। तो बेटा, एक हिसाब किताब रखना है। अब जैसे जैसे एहसास होता है, अगर एकदम हम सोचेंगे कि हम अपने मन के ऊपर दबाव डालेंगे तो मन रिएक्ट करेगा। सो इसलिए आहिस्ता आहिस्ता जैसे जैसे एहसास होता है, साथ में भजन सिमरन करें, क्योंकि जब तक भजन सिमरन नहीं करेंगे अंदर से ताकत नहीं मिलेगी। ताकत नहीं मिलेगी तो निभा नहीं पाएंगे बेटा। सो पहले ताकत हासिल करें, तब निभा पाएंगे, तब हम इन चीजों को छोड़ पाएंगे। बाबा जी, मेरा दूसरा क्वेश्चन है कि हमसे इतना भजन सिमरन नहीं हो पाता, हम कोशिश तो करते हैं, हम इतने भजन सिमरन नहीं कर पाते कि अंदर से आपके दर्शन हो पाएं। लेकिन बाबा जी, अगर कभी आप सपने में आते हो तो क्या सच में आते हो या हमारे मन का वहम होता है? बेटा, सपने की जो अवस्था है ना, मन के ऊपर जो प्रभाव, गहरे प्रभाव पड़े हुए हैं ना, वो सपने की अवस्था में हमारे सामने आते हैं। तो अच्छा सपना है, अच्छी बात है, बुरा सपना है, भूल जाएं। मगर जब तक जागृत अवस्था में या भजन सिमरन में हमें वो दर्शन ना हो, तो ये तो फिर प्रभाव ही है। हमें असल चाहिए।
ਤੇ ਬਾਬਾ ਜਦੋਂ ਕਿਸੇ ਸਤਸੰਗੀ ਦਾ ਮੰਨ ਲਓ ਐਕਸੀਡੈਂਟ ਹੋ ਜਾਂਦਾ ਬਾਬਾ ਜੀ, ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਅੱਧਾ ਘੰਟਾ ਕੱਢੂਗਾ ਜਾਂ 10-15 ਮਿੰਟ ਚ ਡੈਥ ਹੋ ਜਾਊਗੀ, ਕਿ ਬਾਬਾ ਜੀ ਉਸ ਸਮੇਂ ਆਪਾਂ ਉਹਦੇ ਕੰਨ ਵਿੱਚ ਇਹ ਨਾਮ ਦਾ ਜਾਪ ਕਰ ਸਕਦੇ ਜਾਂ ਬੋਲ ਸਕਦੇ ਵੀ ਉਹਨਾਂ ਦੀ ਸੁਰਤ ਨਾਮ ਨਾਲ ਅੰਤ ਸਮੇਂ ਜੁੜ ਸਕੇ ਬਾਬਾ ਜੀ? ਕਰ ਸਕਦਾ। ਠੀਕ ਹੈ ਬਾਬਾ ਜੀ। ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਅੱਜ ਦਾ ਦਿਨ ਮੇਰੀ ਜ਼ਿੰਦਗੀ ਵਿੱਚ ਲਿਆਉਣ ਲਈ। ਬਾਬਾ ਜੀ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕਿਹਾ ਜਾਂਦਾ ਹੈ ਕਿ ਸੁੱਖ ਵੇਲੇ ਸ਼ੁਕਰਾਨਾ ਔਰ ਦੁੱਖ ਵੇਲੇ ਅਰਦਾਸ, ਲੇਕਿਨ ਬਾਬਾ ਜੀ ਦੁੱਖ ਵੇਲੇ ਅਰਦਾਸ ਕਰਨ ਲਈ ਸਭ ਤੋਂ ਪਹਿਲੇ ਮਨ ਨੂੰ ਇਕਾਗਰ ਹੋਣਾ ਜ਼ਰੂਰੀ ਹੈ, ਔਰ ਅਗਰ ਉਹ ਹੀ ਨਹੀਂ ਹੋ ਪਾਉਂਦਾ ਤਾਂ ਉਹਦਾ ਸਹੀ ਤਰੀਕਾ ਕੀ ਹੈ? ਬੇਟਾ ਆਪਾਂ ਇਹੋ ਜਿਹੀ ਅਵਸਥਾ ਬਣਾਣੀ ਹੈ ਕਿ ਸਾਨੂੰ ਦੁੱਖ ਔਰ ਸੁੱਖ ਵਿੱਚ ਫਰਕ ਹੀ ਨਾ ਰਵੇ। ਦੁੱਖ ਸੁੱਖ ਦੋਨੋਂ ਸਮ ਕਰ ਜਾਣ ਔਰ ਮਾਨ ਅਪਮਾਨਾ, ਇਹੋ ਜਿਹੀ ਅਵਸਥਾ ਬਣ ਜਾਣੀ ਚਾਹੀਦੀ ਹੈ। ਔਰ ਇਹ ਬਣੂਗੀ ਭਜਨ ਸਿਮਰਨ ਦੇ ਨਾਲ ਬੇਟਾ। ਹੁਣ ਜੇ ਮਾਲਕ ਨੇ ਆਪਣੇ ਉੱਤੇ ਇੰਨੀ ਬਖਸ਼ਿਸ਼ ਕੀਤੀ ਹੈ ਤੇ ਜੇ ਦੁੱਖ ਵੀ ਦਿੰਦਾ ਤਾਂ ਸਾਡੇ ਫਾਇਦੇ ਵਾਸਤੇ ਦਿੰਦਾ ਬੇਟਾ, ਉਹਦੇ ਵਿੱਚ ਸਾਡਾ ਹੀ ਭਲਾ ਹੈਗਾ। ਸੋ ਇਸ ਕਰਕੇ ਆਪਾਂ ਨਹੀਂ ਫਰਕ ਕਰਨਾ। ਆਪਾਂ ਤਾਂ ਕਹਿੰਦੇ ਆ ਨਾ ਕਿ ਜੋ ਮਾਲਕ ਨੇ ਦਿੱਤਾ ਉਹ ਪ੍ਰਸ਼ਾਦ ਹੈ, ਔਰ ਪ੍ਰਸ਼ਾਦ ਤਾਂ ਆਪਾਂ ਦੋਨੋਂ ਹੱਥ ਜੋੜ ਕੇ ਉਹਦਾ ਸ਼ੁਕਰ ਕਰਦੇ ਹਾਂ। ਸੋ ਆਪਾਂ ਦੋਨੋਂ ਚੀਜ਼ਾਂ ਉਸੇ ਤਰ੍ਹਾਂ ਲੈਣੀਆਂ, ਔਰ ਜੇ ਉਸ ਤਰ੍ਹਾਂ ਲਵਾਂਗੇ ਕੋਈ ਅਸਰ ਨਹੀਂ ਹੋਣ ਲੱਗਿਆ। ਰਾਧਾ ਸਵਾਮੀ ਬਾਬਾ ਜੀ, ਥੈਂਕ ਯੂ ਮੌਕਾ ਦਿੱਤਾ। ਬਾਬਾ ਜੀ ਕਈ ਲੋਕਾਂ ਨੂੰ ਸੁਪਨੇ 'ਚ ਨਾਮਦਾਨ ਮਿਲ ਜਾਂਦਾ ਹੈ, ਕੀ ਉਹ ਸੱਚ ਹੈ? ਬੇਟਾ ਸੁਪਨੇ 'ਚ ਤਾਂ ਕੋਈ ਰਾਜਾ ਬਣ ਜਾਂਦਾ ਹੈ, ਕੋਈ ਪ੍ਰਧਾਨ ਮੰਤਰੀ ਬਣ ਜਾਂਦਾ ਹੈ, ਕੋਈ ਜਰਨੈਲ ਬਣ ਜਾਂਦਾ ਹੈ। ਉਹ ਹੁਕਮ ਚਲਾਉਣਾ ਸ਼ੁਰੂ ਕਰਦੇ ਹੋ, ਤੁਸੀਂ ਮੰਨੋਗੇ ਉਹਦੀ ਗੱਲ? ਨਹੀਂ। ਫਿਰ